ਅਸੀਂ ਅਤੀਤ ਵਿੱਚ ਵੱਡੇ ਫੈਸਲੇ ਗਲਤ ਲਏ। ਅਤੀਤ ਵਿੱਚ ਬੇਹੋਸ਼ੀ ਕਰਕੇ ਕੁਝ ਗਲਤ ਹੋ ਗਿਆ ਤਾਂ ਹੁਣ ਸਾਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ ਹੈ? ਸਾਡਾ ਜਨਮ ਵੀ ਤਾਂ ਬੇਹੋਸ਼ੀ ਵਿੱਚ ਹੀ ਹੁੰਦਾ ਹੈ ਨਾ। ਸਾਡੇ ਜਨਮ ਲਈ ਕਿਸ ਨੇ ਸਾਡੀ ਮਨਜ਼ੂਰੀ ਲਈ ਸੀ? ਜਦੋਂ ਤੁਸੀਂ ਕਹਿੰਦੇ ਹੋ ਕਿ ਕੁਝ ਫੈਸਲੇ ਨਾਦਾਨੀ ਜਾਂ ਅਣਜਾਣੇ ਵਿੱਚ ਹੋ ਗਏ ਤਾਂ ਉਸ ਵਿੱਚ ਤੁਹਾਡਾ ਲੁਕਿਆ ਹੋਇਆ ਦਾਅਵਾ ਇਹ ਹੈ ਕਿ ਬਾਕੀ ਫੈਸਲੇ ਸਮਝਦਾਰੀ ਨਾਲ ਕੀਤੇ ਗਏ ਹਨ, ਹੈ ਨਾ? ਇੱਥੇ ਹੀ ਗੜਬੜ ਹੋ ਜਾਂਦੀ ਹੈ। ਅੱਜ ਕੁਝ ਅਜਿਹਾ ਹੈ ਨਾ ਕਿਸੇ ਸੰਯੋਗ ਜਾਂ ਅਤੀਤ ਵਿੱਚ ਜੋ ਬਹੁਤ ਮਾੜਾ ਲੱਗ ਰਿਹਾ ਹੈ। ਧਿਆਨ ਦੇਣਾ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਕੋਈ ਫੈਸਲਾ ਸਿਰਫ ਇਸ ਕਰਕੇ ਵਧੇਰੇ ਮਾੜਾ ਲੱਗ ਰਿਹਾ ਹੈ ਕਿਉਂਕਿ ਕੁਝ ਹੋਰ ਫੈਸਲੇ ਆਪਣੇ ਚੰਗੇ ਲੱਗ ਰਹੇ ਹਨ। ਤੁਸੀਂ ਬਹੁਤ ਭਾਗਾਂ ਵਾਲੇ ਹੋ ਜੇ ਤੁਹਾਨੂੰ ਇਹ ਦਿਖਣ ਲੱਗ ਪਿਆ ਹੈ ਕਿ ਤੁਹਾਡੇ ਕੁਝ ਫੈਸਲੇ ਗਲਤ ਸਨ। ਮੈਂ ਦੱਸਾਂ ਤੁਹਾਨੂੰ, ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਖਰੀ ਦਿਨ ਤੱਕ ਵੀ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਸਾਰੇ ਫੈਸਲੇ ਗਲਤ ਸਨ। ਪ੍ਰਣਾਮ ਆਚਾਰੇ ਜੀ। ਸਰ, ਮੈਂ ਤੁਹਾਡੇ ਪਹਿਲਾਂ ਦੇ ਸੈਸ਼ਨ ਵੇਖੇ ਹਨ। ਉਹਨਾਂ ਵਿੱਚ ਤੁਸੀਂ ਦੱਸਿਆ ਸੀ ਕਿ ਅਸੀਂ ਜ਼ਿੰਦਗੀ ਵਿੱਚ ਜੋ ਵੀ ਕਰਦੇ ਹਾਂ ਉਹ ਫੈਸਲੇ ਬੇਹੋਸ਼ੀ ਵਿੱਚ ਨਹੀਂ ਕਰਨੇ ਚਾਹੀਦੇ। ਜੋ ਵੀ ਕਰੀਏ ਹਮੇਸ਼ਾ ਇਹ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਇਹ ਕਿਉਂ ਕਰ ਰਹੇ ਹਾਂ ਅਤੇ ਕੀ ਕਰ ਰਹੇ ਹਾਂ। ਤਾਂ ਮੇਰਾ ਸਵਾਲ ਇਹ ਹੈ ਕਿ ਅਤੀਤ ਵਿੱਚ ਜੋ ਅਸੀਂ ਕੀਤਾ, ਹੁਣ ਤੁਹਾਨੂੰ ਸੁਣਨ ਤੋਂ ਬਾਅਦ ਇੱਕ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਵੱਡੇ ਫੈਸਲੇ ਗਲਤ ਲਏ ਜਾਂ ਬੇਹੋਸ਼ੀ ਵਿੱਚ ਲਏ। ਤਾਂ ਮੇਰਾ ਸਵਾਲ ਇਹ ਹੈ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਜੋ ਫੈਸਲੇ ਹੋ ਗਏ ਜਾਂ ਜੋ ਵੀ ਬੰਧਨ ਬਣ ਗਏ, ਜੋ ਕੁਝ ਵੀ ਅਤੀਤ ਵਿੱਚ ਬੇਹੋਸ਼ੀ ਵਿੱਚ ਹੋ ਗਿਆ, ਹੁਣ ਉਹਨਾਂ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਵੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਗੱਲ ਨੂੰ ਕੁਝ ਖਾਸ ਨਾ ਸਮਝੋ ਕਿ ਅਤੀਤ ਵਿੱਚ ਕੁਝ ਬੇਹੋਸ਼ੀ 'ਚ ਹੋ ਗਿਆ, ਕਿਉਂਕਿ ਸਾਡਾ ਤਾਂ ਜਨਮ ਹੀ ਬੇਹੋਸ਼ੀ ਵਿੱਚ ਹੁੰਦਾ ਹੈ ਨਾ। ਬੇਹੋਸ਼ੀ ਦਾ ਮਤਲਬ ਇੱਕ ਘਟਨਾ ਜਿਸ ਵਿੱਚ ਤੁਹਾਡੀ ਬੋਧਪੂਰਨ ਸਚੇਤ ਰਜ਼ਾਮੰਦੀ ਨਹੀਂ ਸੀ, ਹੈ ਨਾ? ਉਸ ਨੂੰ ਹੀ ਤਾਂ ਬੇਹੋਸ਼ੀ ਆਖਦੇ ਹਾਂ। ਕੋਈ ਬੰਦਾ ਨਸ਼ੇ ਵਿੱਚ ਹੋਵੇ ਤੇ ਨਸ਼ੇ ਵਿੱਚ ਸੜਕ ਉੱਤੇ ਡਿੱਗ ਪਏ ਜਾਂ ਕਿਸੇ ਨਾਲੀ ਵਿੱਚ ਡਿੱਗ ਪਏ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਬੇਹੋਸ਼ੀ ਵਿੱਚ ਹੋਇਆ। ਅਸੀਂ ਕਹਿੰਦੇ ਹਾਂ ਇਸ ਨੂੰ ਤਾਂ ਪਤਾ ਵੀ ਨਹੀਂ ਸੀ ਤੇ ਇਹ ਸੜਕ ਨੂੰ ਹੀ ਮੰਜਾ ਸੋਚ ਕੇ ਪੈ ਗਿਆ। ਸਾਡਾ ਜਨਮ ਵੀ ਤਾਂ ਬੇਹੋਸ਼ੀ ਵਿੱਚ ਹੁੰਦਾ ਹੈ ਨਾ। ਜਦੋਂ ਸਾਡਾ ਜਨਮ ਹੋਇਆ ਤਦ ਕਿਸਨੇ ਸਾਡੀ ਰਜ਼ਾਮੰਦੀ ਲਈ? ਕਿਸਨੇ ਆ ਕੇ ਪੁੱਛਿਆ ਕਿ ਜਰਾ ਆਪਣੇ ਹੋਸ਼ ਵਿੱਚ ਰਹਿ ਕੇ ਦੱਸਣਾ ਕਿ ਪੈਦਾ ਹੋਣਾ ਹੈ ਜਾਂ ਨਹੀਂ? ਤੇ ਜਨਮ ਤੋਂ ਬਾਅਦ ਜੋ ਕੁਝ ਵੀ ਵਾਪਰਿਆ ਉਹ ਤਾਂ ਜਨਮ ਦੇ ਬਾਅਦ ਹੀ ਵਾਪਰਿਆ ਨਾ। ਇੱਕ ਤਰੀਕੇ ਨਾਲ ਉਹ ਸਭ ਕੁਝ ਜਨਮ ਕਰਕੇ ਹੀ ਹੋਇਆ। ਤਾਂ ਜਦੋਂ ਜਨਮ ਹੀ ਬੇਹੋਸ਼ੀ ਵਿੱਚ ਹੋਇਆ, ਫਿਰ ਉਸ ਤੋਂ ਬਾਅਦ ਜੋ ਕੁਝ ਵੀ ਵਾਪਰਿਆ ਉਹ ਵੀ ਬੇਹੋਸ਼ੀ ਵਿੱਚ ਹੀ ਹੋਇਆ। ਸਭ ਕੁਝ ਬੇਹੋਸ਼ੀ ਵਿੱਚ। ਇਸ ਕਰਕੇ ਆਪਣੇ ਆਪ ਨੂੰ ਇੱਕ ਖਾਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਜੀਵਨ 'ਚ ਇੱਕ ਅੱਧ ਕੰਮ ਖਾਸ ਤੌਰ ਤੇ ਬੇਹੋਸ਼ੀ ਵਿੱਚ ਹੋ ਗਏ। ਸਭ ਕੁਝ ਹੀ ਤਾਂ ਬੇਹੋਸ਼ੀ ਵਿੱਚ ਹੋਇਆ ਹੈ, ਸਭ ਕੁਝ ਹੀ। ਤਾਂ ਸਭ ਤੋਂ ਪਹਿਲਾਂ ਇਸ ਭਾਰ ਤੋਂ ਮੁਕਤ ਹੋ ਜਾਓ ਕਿ ਇੱਕ ਦੋ ਚੀਜ਼ਾਂ ਹੀ ਬੇਹੋਸ਼ੀ 'ਚ ਹੋ ਗਈਆਂ। ਇਹ ਸਭ ਕੁਝ ਹੀ ਬੇਹੋਸ਼ੀ 'ਚ ਹੋਇਆ ਹੈ। ਮਤਲਬ ਅਸੀਂ ਜੋ ਆਪਣਾ ਸਰੀਰ ਲੈ ਕੇ ਫਿਰ ਰਹੇ ਹਾਂ, ਨਾਮ, ਯਾਦਾਂ ਤੇ ਅਤੀਤ ਲੈ ਕੇ ਫਿਰ ਰਹੇ ਹਾਂ, ਇਹ ਸਭ ਕੁਝ ਹੀ ਬੇਹੋਸ਼ੀ ਦਾ ਕੀਤਾ ਹੈ। ਠੀਕ ਹੈ, ਇਹਨਾਂ ਸਭ ਨੂੰ ਇੱਕ ਪਾਸੇ ਰੱਖ ਦੇਣਾ ਹੈ। ਇਹ ਪ੍ਰਕਿਰਤੀ ਦੀ ਖੇਡ ਹੈ। ਇਹ ਪ੍ਰਕਿਰਤਿਕ ਚੀਜ਼ਾਂ ਹਨ ਜੋ ਮੇਰੇ ਨਾਲ ਚਿਮਰ ਗਈਆਂ। ਮੈਨੂੰ ਇਹਨਾਂ ਦਾ ਪਤਾ ਵੀ ਨਹੀਂ ਲੱਗਿਆ ਕਿਵੇਂ ਅਤੇ ਕਦੋਂ ਵਾਪਰ ਗਿਆ, ਪਰ ਹੁਣ ਜਦੋਂ ਥੋੜਾ ਬਹੁਤ ਹੋਸ਼ ਆ ਰਿਹਾ ਹੈ ਤਾਂ ਇੰਨੀ ਤਾਂ ਸਮਝ ਆ ਰਹੀ ਹੈ ਕਿ ਇਹ ਜੋ ਮੇਰੇ ਨਾਲ ਚਿਮਰੀਆਂ ਚੀਜ਼ਾਂ ਹਨ ਇਹ ਮੈਂ ਨਹੀਂ ਹਾਂ। ਠੀਕ ਹੈ, ਅਸੀਂ ਇਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਜੋ ਖਾਸ ਮਹੱਤਵ ਰੱਖਦੀਆਂ ਹਨ ਘੱਟ ਮਹੱਤਵ ਦੇਣ ਲੱਗ ਪੈਂਦੇ ਹਾਂ। ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਲੱਗਣ ਲੱਗ ਪੈਂਦੀਆਂ ਹਨ। ਫਿਰ ਇਹ ਨਹੀਂ ਲੱਗਦਾ ਕਿ ਕੁਝ ਚੀਜ਼ਾਂ ਜੋ ਮੇਰੇ ਨਾਲ ਜੁੜੀਆਂ ਹੋਈਆਂ ਹਨ ਉਹ ਤਾਂ ਮੇਰੀ ਹੋਸ਼ ਵਿੱਚ ਜੁੜੀਆਂ ਸੀ ਤਾਂ ਠੀਕ ਹਨ, ਤੇ ਕੁਝ ਹੋਰ ਚੀਜ਼ਾਂ ਜੋ ਮੇਰੇ ਨਾਲ ਜੁੜ ਗਈਆਂ ਹਨ ਉਹ ਬੇਹੋਸ਼ੀ ਵਿੱਚ ਜੁੜ ਗਈਆਂ ਤਾਂ ਉਹ ਗਲਤ ਹਨ। ਵੇਖੋ, ਹਰ ਬੰਦਾ ਆਪਣੀ ਪੁਰਾਣੀ ਜ਼ਿੰਦਗੀ ਨੂੰ ਦੇਖ ਕੇ ਕਹਿੰਦਾ ਹੈ ਕਿ ਉਸਨੇ ਅਤੀਤ 'ਚ ਕੁਝ ਫੈਸਲੇ ਨਾਦਾਨੀ ਜਾਂ ਅਣਜਾਣੇ ਵਿੱਚ ਕਰ ਲਏ। ਇਹ ਤਾਂ ਹਰ ਕੋਈ ਕਹਿੰਦਾ ਹੈ ਨਾ, ਪਰ ਇੱਥੇ ਹੀ ਗਲਤਫਹਿਮੀ ਹੋ ਜਾਂਦੀ ਹੈ, ਕਿਉਂਕਿ ਜਦ ਤੁਸੀਂ ਕਹਿੰਦੇ ਹੋ ਕਿ ਕੁਝ ਫੈਸਲੇ ਨਾਦਾਨੀ ਵਿੱਚ ਹੋਏ ਤਾਂ ਇਸ ਦੇ ਨਾਲ ਤੁਸੀਂ ਅਣਜਾਣੇ ਹੀ ਇਹ ਦਾਅਵਾ ਵੀ ਕਰ ਰਹੇ ਹੋ ਕਿ ਬਾਕੀ ਫੈਸਲੇ ਸਮਝਦਾਰੀ ਨਾਲ ਕੀਤੇ ਸਨ, ਹੈ ਨਾ? ਇੱਥੇ ਹੀ ਗਲਤਫਹਿਮੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਅਤੀਤ 'ਚ ਜੋ ਕੁਝ ਵੀ ਸੀ ਉਹ ਸਭ ਇੱਕ ਵਰਗਾ ਸੀ। ਸਭ ਕੁਝ ਇੱਕੋ ਵਰਗਾ ਸੀ, ਕਿਉਂਕਿ ਮੈਂ ਆਪ ਹੀ ਉਹ ਜਿਹਾ ਸੀ। ਜਦ ਮੈਂ ਆਪ ਹੀ ਬੇਹੋਸ਼ ਸੀ ਤਾਂ ਹੁਣ ਇੱਕ ਵਾਰ ਕਿਸੇ ਨੂੰ ਨਸ਼ਾ ਹੋ ਗਿਆ ਤੇ ਉਸ ਨਸ਼ੇ ਵਿੱਚ ਉਹ ਉੱਠ ਕੇ ਪਾਣੀ ਪੀਂਦਾ ਹੈ ਜਾਂ ਉਸ ਦੀ ਥਾਂ ਤੇਲ ਪੀਂਦਾ ਹੈ। ਦੋਵੇਂ ਕੰਮ ਨਸ਼ੇ 'ਚ ਹੀ ਹੋਏ। ਜੇ ਕਿਸੇ ਸੰਯੋਗ ਨਾਲ ਉਹ ਤੇਲ ਦੀ ਥਾਂ ਪਾਣੀ ਵੀ ਪੀ ਲੈਂਦਾ ਹੈ ਸ਼ੁੱਧ, ਤਾਂ ਵੀ ਇਹ ਕੰਮ ਨਸ਼ੇ 'ਚ ਹੀ ਕੀਤਾ ਗਿਆ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਕੰਮ ਦੂਜੇ ਨਾਲੋਂ ਵਧੀਆ ਹੈ। ਦੋਵੇਂ ਕੰਮ ਨਸ਼ੇ ਵਿੱਚ ਕੀਤੇ ਗਏ ਸਨ। ਇਸ ਲਈ ਕਿਸੇ ਇੱਕ ਖਾਸ ਚੀਜ਼ ਨੂੰ ਮਾੜਾ ਆਖਣਾ ਛੱਡ ਦੇਵੋ। ਉਹ ਚੀਜ਼ ਵੀ ਜੀਵਨ ਦੀਆਂ ਹੋਰ ਚੀਜ਼ਾਂ ਵਰਗੀ ਹੀ ਹੈ, ਅਤੇ ਫਿਰ ਆਪਣੇ ਸਾਰੇ ਜੀਵਨ ਵੱਲ ਵੇਖਣਾ ਸ਼ੁਰੂ ਕਰੋ ਤੇ ਫਿਰ ਕਹਿਣਾ, ਵਾਹ ਬਈ ਵਾਹ,
ਇਹ ਮੈਂ ਆਪਣੇ ਲਈ ਕੀ ਖੜਾ ਕਰ ਲਿਆ, ਤੇ ਜੋ ਸਾਰੀ ਚੀਜ਼ ਇਕੱਠੀ ਹੋ ਗਈ ਹੈ ਉਹ ਕੋਈ ਬੜੀ ਭਾਰੀ ਚੀਜ਼ ਨਹੀਂ ਹੈ। ਉਹ ਸਿਰਫ ਕੁਝ ਅਜਿਹੀਆਂ ਹੀ ਗੱਲਾਂ ਹਨ। ਹਾਂ, ਕੁਝ ਗੱਲਾਂ ਸਾਨੂੰ ਇਸ ਕਰਕੇ ਜ਼ਿਆਦਾ ਮਾੜੀਆਂ ਲੱਗਦੀਆਂ ਹਨ ਕਿਉਂਕਿ ਦੂਜੀਆਂ ਗੱਲਾਂ ਸਾਨੂੰ ਠੀਕ ਲੱਗ ਰਹੀਆਂ ਹੁੰਦੀਆਂ ਹਨ। ਹਾਂ, ਫਿਰ ਉਹ ਕੁਝ ਕਕਤਾ ਗੱਲਾਂ ਜੋ ਸਾਨੂੰ ਮਾੜੀਆਂ ਲੱਗਦੀਆਂ ਹਨ, ਅਸੀਂ ਉਹਨਾਂ ਨੂੰ ਛੱਡਣ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ। ਉਦਾਹਰਨ ਵਜੋਂ ਮੇਰੇ 5 ਰਿਸ਼ਤੇ ਬਹੁਤ ਵਧੀਆ ਹਨ। ਇੱਕ ਰਿਸ਼ਤਾ ਮੈਂ ਗਲਤ ਬਣਾ ਲਿਆ। ਹੁਣ ਉਸ ਇੱਕ ਰਿਸ਼ਤੇ ਨੂੰ ਲੈ ਕੇ ਅਸੀਂ ਇੱਧਰ ਉੱਧਰ ਕੁੱਦਦੇ ਹਾਂ ਕਿ ਇਹ ਰਿਸ਼ਤਾ ਕਿਵੇਂ ਖਤਮ ਕਰੀਏ ਜਾਂ ਇਸ ਦਾ ਇਲਾਜ ਕਿਵੇਂ ਕਰੀਏ। ਇਹੀ ਕਰਦੇ ਹਾਂ ਨਾ। ਜਿਵੇਂ ਹੀ ਤੁਹਾਨੂੰ ਦਿਖਾਈ ਦੇਵੇਗਾ ਕਿ ਸਾਰੇ ਇੱਕੋ ਜਿਹੇ ਹਨ, ਫਿਰ ਸਾਰਿਆਂ ਦੀ ਅਹਿਮੀਅਤ ਖਤਮ ਹੋ ਜਾਏਗੀ। ਜੋ ਚੰਗੇ ਲੱਗਦੇ ਸਨ ਉਹਨਾਂ ਦੀ ਚੰਗੀ ਅਹਿਮੀਅਤ ਖਤਮ ਹੋ ਜਾਏਗੀ। ਜੋ ਮਾੜਾ ਲੱਗਦਾ ਸੀ ਉਸ ਦੀ ਮਾੜੀ ਅਹਿਮੀਅਤ ਵੀ ਖਤਮ ਹੋ ਜਾਏਗੀ। ਉਹ ਸਭ ਇੱਕੋ ਜਿਹਾ ਹੀ ਕਾਰਜਕ੍ਰਮ ਹੈ। ਜਿਸ ਬੇਹੋਸ਼ੀ ਵਿੱਚ ਉਹ ਮਾੜਾ ਰਿਸ਼ਤਾ ਬਣਾਇਆ ਸੀ, ਉਸੇ ਬੇਹੋਸ਼ੀ ਵਿੱਚ ਸਾਰੇ ਚੰਗੇ ਰਿਸ਼ਤੇ ਵੀ ਤਾਂ ਬਣਾਏ ਸਨ ਨਾ। ਫਿਰ ਚੰਗੇ ਕਿਵੇਂ ਹੋ ਗਏ? ਅਸੀਂ ਤਾਂ ਸਭ ਇੱਕੋ ਜਿਹੇ ਹਾਂ। ਜਦੋਂ ਕਿਸੇ ਚੀਜ਼ ਦਾ ਚੰਗਾ ਲੱਗਣਾ ਮੁੱਕ ਜਾਂਦਾ ਹੈ ਤਾਂ ਕਿਸੇ ਹੋਰ ਚੀਜ਼ ਦਾ ਤੁਲਨਾਤਮਕ ਤੌਰ ਤੇ ਮਾੜਾ ਲੱਗਣਾ ਵੀ ਮੁੱਕ ਜਾਂਦਾ ਹੈ। ਦੂਜੀ ਚੀਜ਼ ਮਾੜੀ ਸਿਰਫ ਚੰਗੀ ਚੀਜ਼ ਨਾਲ ਤੁਲਨਾ ਕਰਕੇ ਲੱਗ ਰਹੀ ਸੀ, ਅਤੇ ਜੋ ਚੰਗੀ ਚੀਜ਼ ਸੀ ਉਹ ਵੀ ਹਕੀਕਤ ਵਿੱਚ ਚੰਗੀ ਨਹੀਂ ਸੀ, ਕਿਉਂਕਿ ਉਹ ਵੀ ਨਸ਼ੇ 'ਚ ਹੀ ਆਈ ਸੀ। ਤਾਂ ਫਿਰ ਤੁਸੀਂ ਬਸ ਮਾੜੀਆਂ ਚੀਜ਼ਾਂ ਨੂੰ ਹੀ ਮਾੜਾ ਕਿਉਂ ਆਖ ਰਹੇ ਹੋ? ਫਿਰ ਤਾਂ ਸਭ ਕੁਝ ਇੱਕੋ ਵਰਗਾ ਹੀ ਹੈ। ਭਿੰਨਤਾ ਕਰਨੀ ਛੱਡੋ, ਉੱਥੇ ਕੋਈ ਭਿੰਨਤਾ ਨਹੀਂ ਹੈ। ਉੱਥੇ ਸਿਰਫ ਸੰਯੋਗ ਹਨ, ਭਿੰਨਤਾ ਨਹੀਂ। ਅਤੇ ਫਿਰ ਕਹਿਣਾ ਕਿ ਮੈਂ ਉਸ ਪੁਰਾਣੇ ਢੇਰ ਵਿੱਚੋਂ ਕੁਝ ਚੰਗਾ ਜਾਂ ਮਾੜਾ ਨਹੀਂ ਘੋਸ਼ਿਤ ਕਰਾਂਗਾ। ਮੈਂ ਅੱਜ ਜੰਮਿਆ ਹਾਂ। ਮੈਂ ਉਦੋਂ ਨਹੀਂ ਜੰਮਿਆ ਸੀ 30 ਸਾਲ ਪਹਿਲਾਂ। ਮੈਂ ਅੱਜ ਜੰਮਿਆ ਹਾਂ। ਮੈਂ ਅੱਜ ਤੋਂ ਆਪਣੇ ਲਈ ਨਵਾਂ ਸਿਰਜਣ ਕਰਾਂਗਾ। ਨਵਾਂ। ਜੇ ਪੁਰਾਣਾ ਹੀ ਕੁਝ ਚੰਗਾ ਲੱਗ ਰਿਹਾ ਹੈ ਤਾਂ ਤੁਸੀਂ ਕੁਝ ਨਵਾਂ ਕਿਉਂ ਸ਼ੁਰੂ ਕਰਨਾ ਚਾਹੋਗੇ? ਜਾਂ ਚਾਹੋਗੇ? ਅਸੀਂ ਸਿਰਫ ਇਹੀ ਕਰਦੇ ਹਾਂ ਕਿ ਪੁਰਾਣੇ ਵਿੱਚੋਂ ਜੋ ਮਾੜਾ ਲੱਗਦਾ ਹੈ ਉਸ ਨੂੰ ਕਿਸੇ ਤਰੀਕੇ ਨਾਲ ਕੱਟ ਦੇਣਾ ਚਾਹੁੰਦੇ ਹਾਂ। ਚੰਗੇ ਮਾੜੇ ਸਭ ਨੂੰ ਇੱਕੋ ਜਿਹਾ ਵੇਖ ਕੇ ਆਖੋ ਕਿ ਅੱਜ ਮੈਂ ਜਨਮ ਲਿਆ ਹੈ। ਅੱਜ ਮੈਨੂੰ ਆਪਣੇ ਲਈ ਇੱਕ ਨਵੀਂ ਕਹਾਣੀ, ਇੱਕ ਨਵੀਂ ਸ਼ੁਰੂਆਤ ਕਰਨੀ ਹੈ। ਕੁਝ ਇਸ ਦਾ ਅਰਥ ਵੀ ਬਣ ਰਿਹਾ ਹੈ ਜਾਂ ਗੱਲ ਬਿਲਕੁਲ ਹੀ ਹਵਾਈ ਲੱਗ ਰਹੀ ਹੈ? ਸਮਝ ਰਿਹਾ ਹਾਂ ਗੱਲ। ਮਤਲਬ ਸਭ ਨੂੰ ਇਕੱਠੇ ਕਹਿ ਸਕਦੇ ਹਾਂ ਕਿ ਇਹ ਜੋ ਵੀ ਹੋਇਆ ਬਸ ਸਹਿਯੋਗ ਸੀ। ਜਾਂ ਸਭ ਕੁਝ ਬੇਹੋਸ਼ੀ ਵਿੱਚ ਹੋਇਆ। ਤਾਂ ਜੋ ਸ਼ੁਰੂਆਤ ਕਰਾਂਗਾ, ਅੱਜ ਤੋਂ ਕਰਾਂਗਾ ਨਾ, ਤੇ ਸ਼ੁਰੂਆਤ ਮੇਰੀ ਹੋਸ਼ ਨਾਲ ਹੁੰਦੀ ਹੈ। ਤਾਂ ਮਤਲਬ ਕਿ ਅਤੀਤ ਤੋਂ ਕੁਝ ਵੀ ਛੱਡਣਾ ਜਾਂ ਫੜਨਾ ਨਹੀਂ ਹੈ। ਜੋ ਬੇਹੋਸ਼ ਹੈ ਉਸ ਨੂੰ ਛੱਡਣਾ ਹੈ। ਜੋ ਵੀ ਛੱਡਿਆ ਸੀ ਜਾਂ ਜੋ ਵੀ ਫੜਿਆ ਸੀ, ਉਹ ਕਿਸ ਨੇ ਕੀਤਾ? ਬੇਹੋਸ਼ ਇਨਸਾਨ ਨੇ। ਤਾਂ ਜੇ ਮੈਨੂੰ ਕੁਝ ਤਿਆਗਣਾ ਵੀ ਹੈ ਤਾਂ ਉਸ ਨੂੰ ਹੀ ਤਿਆਗ ਦਿਆ। ਹੋਰ ਜੋ ਕੁਝ ਵੀ ਹੈ ਉਹ ਤਾਂ ਹੈ ਹੀ। ਉਸ ਦਾ ਕੀ ਕਰੋਗੇ? ਫਿਰ ਤੋਂ ਮੈਂ ਗੱਲ ਨੂੰ ਦੁਹਰਾ ਦਿੰਦਾ ਹਾਂ। ਹੁਣ ਕੁਝ ਅਜਿਹਾ ਹੈ ਨਾ ਜੋ ਸੰਯੋਗ ਕਾਰਨ ਜਾਂ ਅਤੀਤ ਕਾਰਨ ਬਹੁਤ ਮਾੜਾ ਲੱਗ ਰਿਹਾ ਹੈ। ਹਾਂਜੀ, ਫੈਸਲਾ। ਹਾਂ, ਫੈਸਲਾ। ਉਹ ਮਾੜਾ ਫੈਸਲਾ ਤੁਹਾਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਮੈਂ ਜ਼ੋਰ ਦੇ ਕੇ ਨਹੀਂ ਕਹਿਣਾ ਚਾਹੁੰਦਾ। ਧਿਆਨ ਨਾਲ ਸੋਚੋ ਕਿ ਕਿਤੇ ਐਸਾ ਤਾਂ ਨਹੀਂ ਕਿ ਉਹ ਫੈਸਲਾ ਸਿਰਫ ਇਸ ਕਰਕੇ ਮਾੜਾ ਲੱਗ ਰਿਹਾ ਹੈ ਕਿਉਂਕਿ ਆਪਣੇ ਕੁਝ ਹੋਰ ਫੈਸਲੇ ਚੰਗੇ ਲੱਗ ਰਹੇ ਹਨ। ਅਕਸਰ ਆਪਣੇ ਪੁਰਾਣੇ ਫੈਸਲੇ ਸਹੀ ਵੀ ਲੱਗਦੇ ਹਨ ਨਾ। ਜਦੋਂ ਇਹ ਸਭ ਇੱਕੋ ਵਰਗੇ ਦਿਸਣ ਲੱਗ ਪੈਣ ਤਾਂ ਕੁਝ ਵੀ ਖਾਸ ਤੌਰ ਤੇ ਮਾੜਾ ਲੱਗਣਾ ਬੰਦ ਹੋ ਜਾਂਦਾ ਹੈ। ਫਿਰ ਤਕਲੀਫ ਘਟ ਜਾਂਦੀ ਹੈ ਤੇ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਖੁੱਲ੍ਹ ਜਾਂਦਾ ਹੈ। ਠੀਕ ਹੈ। ਅਹੰਕਾਰ ਨੂੰ ਝਟਕਾ ਲੱਗਦਾ ਹੈ। ਅਹੰਕਾਰ ਕਹਿੰਦਾ ਹੈ ਕਿ ਮੇਰੇ ਅਤੀਤ ਵਿੱਚ ਮੈਂ 5 ਚੀਜ਼ਾਂ ਤਾਂ ਵਧੀਆ ਕੀਤੀਆਂ, ਤਾਂ 6ਵੀਂ ਚੀਜ਼ ਖਰਾਬ ਕਿਉਂ ਹੋ ਗਈ? ਦਰਦ ਇਸ ਗੱਲ ਤੋਂ ਹੁੰਦਾ ਹੈ ਕਿ ਮੈਂ ਇੰਨਾ ਯੋਗ ਸੀ ਕਿ 5 ਕੰਮ ਚੰਗੇ ਕਰ ਸਕਾਂ, ਤੇ ਵੇਖੋ 5 ਕੰਮ ਤਾਂ ਚੰਗੇ ਕੀਤੇ, ਫਿਰ ਇਹ 6ਵਾਂ ਖਰਾਬ ਕਿਵੇਂ ਹੋ ਗਿਆ? ਤਾਂ ਇਸ ਨਾਲ ਆਪਣੇ ਮਾਨ ਨੂੰ, ਆਪਣੇ ਅਹੰਕਾਰ ਨੂੰ ਬੜਾ ਝਟਕਾ ਲੱਗਦਾ ਹੈ ਕਿ 5 ਕੰਮ ਚੰਗੇ ਕੀਤੇ ਤੇ 6ਵਾਂ ਖਰਾਬ ਕਰ ਦਿੱਤਾ। ਮੈਂ ਤਾਂ ਵਧੀਆ ਬੰਦਾ ਹਾਂ, ਬਸ ਇੱਕਦਮ ਖਰਾਬ ਹੋ ਗਿਆ। ਜਦੋਂ ਇਹ ਵਿਖਾਈ ਦਿੰਦਾ ਹੈ ਕਿ ਕਿਤੇ ਵੀ ਕੁਝ ਖਰਾਬ ਨਹੀਂ ਹੋਇਆ, ਮੈਂ ਜਿਵੇਂ ਸੀ ਉਹੋ ਜਿਹੇ ਹੀ ਸਾਰੇ 6 ਦੇ 6 ਕੰਮ ਕੀਤੇ ਹਨ, ਤੇ ਜੋ ਇਹ 6ਵਾਂ ਕੰਮ ਹੈ ਇਹ ਬਾਕੀ 5 ਕੰਮਾਂ ਤੋਂ ਕੋਈ ਵੱਖਰਾ ਨਹੀਂ। ਫਿਰ ਝਟਕਾ ਲੱਗਣਾ ਬੰਦ ਹੋ ਜਾਂਦਾ ਹੈ। ਇਹ ਗੱਲ ਤੁਹਾਨੂੰ ਥੋੜੀ ਅਜੀਬ ਲੱਗ ਰਹੀ ਹੋਵੇਗੀ। ਇਸ ਉੱਤੇ ਥੋੜਾ ਸੋਚੋ ਸਮਝੋ। ਜੇ ਬਣ ਸਕੇ ਤਾਂ ਅਜ਼ਮਾਓ ਵੀ। ਮਤਲਬ ਇਹ ਕਿ ਜਦੋਂ ਫੈਸਲਾ ਲਿਆ ਸੀ ਤਾਂ ਉਸ ਸਮੇਂ ਉਹ ਸਹੀ ਲੱਗ ਰਿਹਾ ਸੀ।
ਪਰ ਜਿਵੇਂ ਤੁਹਾਨੂੰ ਸੁਣਨਾ ਸ਼ੁਰੂ ਕੀਤਾ ਤਾਂ ਇੱਕ ਗੱਲ ਸਮਝ ਆਉਣੀ ਸ਼ੁਰੂ ਹੋਈ ਕਿ ਇਹ ਫੈਸਲਾ ਤਾਂ ਗਲਤ ਹੋ ਗਿਆ। ਅਜਿਹਾ ਹੀ ਹੁੰਦਾ ਹੈ। ਹਰ ਇੱਕ ਫੈਸਲਾ ਜਦੋਂ ਲਿਆ ਜਾਂਦਾ ਹੈ ਤਦੋਂ ਸਹੀ ਹੀ ਲੱਗਦਾ ਹੈ, ਪਰ ਅੱਜ ਦਿਸਦਾ ਹੈ ਕਿ ਉਹ ਇੰਨਾ ਵੀ ਸਹੀ ਨਹੀਂ ਸੀ। ਕੁਝ ਫੈਸਲੇ ਜੋ ਅਤੀਤ ਵਿੱਚ ਲਏ ਅਤੇ ਹਾਲੇ ਠੀਕ ਲੱਗ ਰਹੇ ਹਨ, ਉਹਨਾਂ ਦਾ ਭਵਿੱਖ ਵਿੱਚ ਪਤਾ ਲੱਗੂਗਾ ਕਿ ਉਹ ਵੀ ਚੰਗੇ ਨਹੀਂ ਸਨ। ਕੁਝ ਦੀ ਹਕੀਕਤ ਸਾਹਮਣੇ ਆ ਗਈ, ਕੁਝ ਦੀ ਆਉਣੀ ਬਾਕੀ ਹੈ, ਪਰ ਆਉਣੀ ਸਭ ਦੀ ਹੈ। ਫਿਰ ਅਸੀਂ ਕਿਸ ਫੈਸਲੇ ਨੂੰ ਚੰਗਾ ਕਹੀਏ ਤੇ ਕਿਸ ਨੂੰ ਮਾੜਾ? ਸਭ ਇੱਕੋ ਵਰਗੇ ਹਨ। ਫਰਕ ਸਿਰਫ ਇੰਨਾ ਹੀ ਹੈ ਕਿ ਕਿਸੇ ਦਾ ਪਰਦਾਫਾਸ਼ ਹੋ ਗਿਆ ਤੇ ਕਿਸੇ ਦਾ ਹਾਲੇ ਬਾਕੀ ਹੈ। ਜਦ ਤੱਕ ਉਸ ਫੈਸਲੇ ਦੀ ਵੀ ਹਕੀਕਤ ਸਾਹਮਣੇ ਨਹੀਂ ਆਈ ਸੀ ਜੋ ਅੱਜ ਮਾੜਾ ਲੱਗ ਰਿਹਾ ਹੈ, ਤਦ ਤੱਕ ਉਹ ਕਿਵੇਂ ਲੱਗ ਰਿਹਾ ਸੀ। ਬਹੁਤ ਵਧੀਆ। ਹਾਂ, ਸਾਰੇ ਹੀ ਫੈਸਲੇ ਐਦਾਂ ਹੁੰਦੇ ਹਨ ਅਤੇ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੇ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਕਿ ਤੁਹਾਡੇ ਕੁਝ ਫੈਸਲੇ ਗਲਤ ਸਨ। ਮੈਂ ਦੱਸਾਂ ਤੁਹਾਨੂੰ, ਬਹੁਤ ਲੋਕ ਤਾਂ ਆਪਣੀ ਆਖਰੀ ਸਾਹ ਤੱਕ ਵੀ ਨਹੀਂ ਜਾਣਦੇ ਕਿ ਉਹਨਾਂ ਦੇ ਸਾਰੇ ਫੈਸਲੇ ਗਲਤ ਸਨ। ਉਹ ਇਸ ਵਹਿਮ 'ਚ ਹੀ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ ਕਿ ਉਹਨਾਂ ਨੇ ਜੀਵਨ 'ਚ ਬਹੁਤ ਵਧੀਆ ਫੈਸਲੇ ਕੀਤੇ। ਉਹਨਾਂ ਨੂੰ ਜਾਂ ਉਹਨਾਂ ਦੇ ਆਲੇ ਦੁਆਲੇ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕਿੰਨੇ ਗਲਤ ਫੈਸਲੇ ਕਰ ਗਏ। 200 ਸਾਲ ਬਾਅਦ ਇਤਿਹਾਸ ਨੂੰ ਪਤਾ ਲੱਗਦਾ ਹੈ ਕਿ ਬੰਦਾ ਕਿੰਨੇ ਫਜ਼ੂਲ ਫੈਸਲੇ ਕਰਕੇ ਗਿਆ ਹੈ। ਜੇ ਤੁਹਾਨੂੰ ਕੁਝ ਸਮਝ ਆਉਣ ਲੱਗ ਪਿਆ ਹੈ ਤਾਂ ਇਹ ਕੋਈ ਦੁੱਖ ਦੀ ਗੱਲ ਨਹੀਂ, ਇਹ ਤਾਂ ਬੜੀ ਖੁਸ਼ਕਿਸਮਤੀ ਦੀ ਗੱਲ ਹੈ। ਤੁਸੀਂ ਹੀ ਕੋਸ਼ਿਸ਼ ਕਰੋ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਸਮਝ ਆਏ। ਠੀਕ ਹੈ, ਅਤੇ ਫਿਰ ਇੱਕ ਨਵੀਂ ਸ਼ੁਰੂਆਤ ਕਰੋ। ਕਹਿ ਦੋ ਕਿ ਪੁਰਾਣਾ ਤਾਂ ਸਾਰਾ ਹੀ ਇੱਕੋ ਜਿਹਾ ਸੀ, ਮੈਂ ਉਸ 'ਚ ਪੈਣਾ ਹੀ ਨਹੀਂ। ਸਾਰਾ ਪੋਰਟਫੋਲੀਓ ਇੱਕੋ ਜਿਹਾ ਹੀ ਹੈ। ਠੀਕ ਹੈ, ਮੈਂ ਨਵਾਂ, ਮੇਰੀ ਕਹਾਣੀ ਨਵੀਂ ਲਿਖਦੇ ਹਾਂ, ਫਿਰ ਮਜ਼ਾ ਆਏਗਾ। ਇਹ ਥੋੜਾ ਔਖਾ ਲੱਗੇਗਾ ਸਵੀਕਾਰ ਕਰਨ ਵਿੱਚ। ਤੁਹਾਨੂੰ ਕੁਝ ਅਭਿਆਸ ਕਰਨੇ ਪੈਣਗੇ, ਫਿਰ ਹੀ ਚੰਗੀ ਤਰ੍ਹਾਂ ਵਿਸ਼ਵਾਸ ਆਏਗਾ। ਤੁਸੀਂ ਇਹ ਵੀ ਕਿਹਾ ਸੀ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਤੀਤ ਦੇ ਫੈਸਲੇ ਅਸੀਂ ਗਲਤ ਲਏ ਸਨ, ਤਾਂ ਸਾਨੂੰ ਲੱਗਦਾ ਹੈ ਕਿ ਹੁਣ ਅਸੀਂ ਹੋਸ਼ ਵਿੱਚ ਹਾਂ, ਪਰ ਇਹ ਵੀ ਹੋ ਸਕਦਾ ਹੈ ਕਿ ਹੁਣ ਵੀ ਅਸੀਂ ਬੇਹੋਸ਼ ਹੀ ਹੋਈਏ। ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਸ਼ਾਬਾਸ਼, ਬਿਲਕੁਲ ਠੀਕ, ਸ਼ਾਬਾਸ਼। ਇਹ ਇੱਕ ਜਾਗਦੇ ਹੋਏ ਇਨਸਾਨ ਦੀ ਨਿਸ਼ਾਨੀ ਹੈ ਕਿ ਉਸਨੂੰ ਵਾਰ-ਵਾਰ ਸ਼ੱਕ ਹੁੰਦਾ ਰਹਿੰਦਾ ਹੈ ਕਿ ਕਿਤੇ ਉਹ ਬੇਹੋਸ਼ ਤਾਂ ਨਹੀਂ ਹੋ ਗਿਆ। ਤੇ ਇੱਕ ਬੇਹੋਸ਼ ਇਨਸਾਨ ਦੀ ਨਿਸ਼ਾਨੀ ਕੀ ਹੁੰਦੀ ਹੈ? ਕਿ ਮੈਂ ਠੀਕ ਸੋਚ ਰਿਹਾ ਹਾਂ। ਉਸ ਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਉਹ ਜਾਗ ਰਿਹਾ ਹੈ, ਤੇ ਜੋ ਜਾਗਣਾ ਸ਼ੁਰੂ ਕਰ ਦਿੰਦਾ ਹੈ ਉਹ ਵਾਰ-ਵਾਰ ਜਾਣਨ ਦੀ ਇੱਛਾ ਕਰਦਾ ਹੈ। ਤੁਸੀਂ ਇਸ ਨੂੰ ਸ਼ੱਕ ਵੀ ਕਹਿ ਸਕਦੇ ਹੋ ਕਿ ਕਿਤੇ ਮੈਂ ਸੁੱਤਾ ਤਾਂ ਨਹੀਂ ਪਿਆ।